ਰੋਜ਼ਾਨਾ ਲੋਕ ਨਾਟ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਦਾ ਯੋਗ ਰਾਜ ਸ਼ੋਅ ਵਿਦ ਸੁਖਵਿੰਦਰ ਸਿੱਧੂ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬੀ ਤੇ ਪੰਜਾਬੀਅਤ ਦੀ। ਤੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿੰਦੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਸਰਦਾਰ ਯੋਗਰਾਜ ਸਿੰਘ। ਇਸ ਵਾਰ ਵੀ ਉਹ ਮੇਰੇ ਨਾਲ ਮੌਜੂਦ ਨੇ, ਪਰ ਇਸ ਵਾਰ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਇੰਟਰਵਿਊ ਜਿਹੜੀ ਹੈਗੀ ਆ ਆਨਲਾਈਨ ਕਰ ਰਹੇ ਹਾਂ, ਕਿਉਂਕਿ ਮੈਂ ਇੱਥੇ ਕਿਸਾਨਾਂ ਦੇ ਨਾਲ ਇੱਥੇ ਬਾਰਡਰ ਦੇ ਉੱਪਰ ਹਾਂ ਤੇ ਸਰਦਾਰ ਯੋਗਰਾਜ ਸਿੰਘ ਦੀ ਤਬੀਅਤ ਠੀਕ ਨਹੀਂ ਸੀ, ਜਿਸ ਦੇ ਕਾਰਨ ਉਹਨਾਂ ਨੂੰ ਡਾਕਟਰ ਨੇ ਆਰਾਮ ਕਿਹਾ ਸੀ ਤਾਂ ਉਹ ਘਰ ਦੇ ਵਿੱਚ ਨੇ। ਇਸ ਕਾਰਨ ਅਸੀਂ ਦੂਰ ਹੋਣ ਦੇ ਕਰਕੇ ਆਨਲਾਈਨ ਇੰਟਰਵਿਊ ਕਰ ਰਹੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਸਰ, ਸਵਾਗਤ ਹੈ ਜੀ ਰੋਜ਼ਾਨਾ ਲੋਕ ਨਾਟ ਟੀਵੀ ਤੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਤਾਂ ਪਹਿਲਾਂ ਤੁਸੀਂ ਇਹ ਦੱਸੋ, ਮੈਂ ਵੀ ਜਾਣਨਾ ਚਾਹੁੰਦਾ ਤੇ ਆਪਣੇ ਦਰਸ਼ਕ ਵੀ, ਹੁਣ ਤੁਹਾਡੀ ਸਿਹਤ ਕਿਵੇਂ ਹੈ? ਸਿਹਤ ਕਾਫੀ ਠੀਕ ਆ। ਕਰੋਨਾ ਤੋਂ ਬਾਅਦ, ਵਾਇਰਲ ਤੋਂ ਬਾਅਦ ਜਿੰਨਾ ਵੀ ਬੁਖਾਰ ਹੋਇਆ ਸੀ, ਚੜਿਆ ਸੀ, ਉਹਦੇ ਨਾਲ ਕਾਫੀ 10-15 ਕਿਲੋ ਭਾਰ ਵੀ ਘਟ ਗਿਆ ਤੇ ਹੁਣ ਕਮਜ਼ੋਰੀ ਬੜੀ ਹੈ। ਤੇ ਮੈਂ ਰੋਜ਼ ਡਾਕਟਰ ਕੋਲ ਜਾਣਾ ਤੇ ਮੈਨੂੰ ਹਰ ਆਲਟਰਨੇਟਿਵ ਇੱਕ ਇੰਜੈਕਸ਼ਨ ਲੱਗਦਾ ਹੈ ਤੇ ਮੈਨੂੰ ਟ੍ਰੀਟਮੈਂਟ ਹੋ ਰਹੀ ਹੈ ਤੇ ਡਾਕਟਰ ਕਹਿੰਦੇ ਨੇ ਵੀ ਹਫ਼ਤੇ 10 ਦਿਨ 'ਚ ਜਿਹੜੀ ਬੋਡੀ ਹੈ ਉਹ ਖੜੀ ਹੋ ਜੂਗੀ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਬਚ ਗਏ ਆ। ਬਹੁਤ ਬੁਰਾ ਹਾਲ ਸੀ ਤੇ ਹੁਣ ਕਾਫੀ ਮੈਂ ਠੀਕ ਆ। ਚਲੋ, ਦੁਆਵਾਂ ਨੇ ਪੰਜਾਬੀਆਂ ਦੀਆਂ, ਸਿੱਖਾਂ ਦੀਆਂ ਤੇ ਹੋਰ ਤੁਹਾਨੂੰ ਪਿਆਰ ਕਰਨ ਵਾਲਿਆਂ ਦੀਆਂ ਤੁਹਾਡੇ ਨਾਲ। ਤੇ ਕਦੋਂ ਫਿਰ ਆ ਰਹੇ ਹੋ ਤੁਸੀਂ? ਮੈਂ ਹੁਣ ਸੁਖਵਿੰਦਰ ਸੋਚੀ ਜਾਂਦਾ ਸੀ ਵੀ 13 ਤਰੀਕ ਦੀ ਲੋਹੜੀ ਮੈਂ ਮਨਾਉਣੀ ਹੈ ਕਿਸਾਨਾਂ ਦੇ ਨਾਲ ਆ ਕੇ ਦਿੱਲੀ। ਉੱਥੇ ਗੱਲਬਾਤ ਵੀ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਲਾਂਘੇ ਜਾ ਕੇ ਕਰਤਾਰਪੁਰ ਸਾਹਿਬ ਅਰਦਾਸ ਕਰਨੀ ਹੈ, ਸਾਰੇ ਹਿੰਦੁਸਤਾਨ ਦੇ ਭਾਈਚਾਰੇ ਦੀ, ਸਾਰੇ ਕਿਸਾਨਾਂ ਦੀ, ਸਾਰੇ ਵਰਗ ਦੀ, ਸਾਰੇ ਧਰਮਾਂ ਦੇ ਲੋਕਾਂ ਦੀ। ਫਿਰ ਮੈਂ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਕੇ ਆਉਣੀ ਹੈ ਤੇ ਫਿਰ ਮੈਂ ਟਾਹਲਾ ਸਾਹਿਬ ਵੀ ਜਾਣਾ। ਤੇ ਉਸ ਤੋਂ ਬਾਅਦ ਮੈਂ 13 ਤਰੀਕ ਨੂੰ ਇੱਥੋਂ ਚੱਲ ਕੇ ਤੇ ਫਿਰ ਕਿਸਾਨਾਂ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ, ਆਪਣੇ ਪੰਜਾਬ ਦੇ, ਆਪਣੇ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਆਏ ਹੋਏ ਆ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਸ਼ੁਕਰਾਨਾ ਵੀ ਕਰਨਾ ਤੇ ਉਹਨਾਂ 'ਚ ਜਾ ਕੇ ਬੈਠ ਕੇ ਉਹ ਦਰਦ ਵੀ ਵਟਾਉਣੇ, ਸੁੱਖ ਦੁੱਖ ਵੀ ਕਰਨਾ ਜੀ। ਤਾਂ ਲੋਹੜੀ ਜਿਹੜੀ ਆ ਤੁਸੀਂ ਕਿਸਾਨਾਂ ਦੇ ਨਾਲ ਮਨਾਓਗੇ ਫਿਰ ਇੱਥੇ ਆ ਕੇ? ਹਾਂ, ਮੈਂ ਤਾਂ ਸਗੋਂ ਜਦ ਬਿਸਤਰੇ 'ਚ ਬਿਮਾਰ ਸੀ ਬੜਾ, ਮੈਂ ਤਾਂ ਉਦੋਂ ਵੀ ਜਦ ਬਹੁਤ ਢਿੱਲਾ ਹੋ ਗਿਆ ਸੀ, ਮੈਨੂੰ ਇਹ ਲੱਗੀ ਜਾਂਦਾ ਸੀ ਪਤਾ ਨਹੀਂ ਸ਼ਾਇਦ ਮੈਂ ਅਗਲਾ ਦਿਨ ਦੇਖਣਾ ਕਿ ਨਹੀਂ ਦੇਖਣਾ। ਮੈਂ ਤਾਂ ਉਦੋਂ ਵੀ ਘਰਦਿਆਂ ਨੂੰ ਕਹਿੰਦਾ ਸੀ ਵੀ ਮੈਨੂੰ ਜਾ ਕੇ ਦਿੱਲੀ ਕਿਸਾਨਾਂ ਦੇ ਵਿੱਚ ਛੱਡਿਆਓ ਤੇ ਜਿੱਥੇ ਜਾ ਕੇ ਜੇ ਮੇਰੇ ਸਾਹ ਨਿਕਲਣੇ ਹੋਣਗੇ ਵੀਰੇ ਉੱਥੇ ਨਿਕਲ ਜਾਣਗੇ, ਉੱਥੇ ਡਾਕਟਰ ਨਾਲ ਭੇਜ ਦਿਓ। ਪਰ ਨਹੀਂ, ਮੈਨੂੰ ਡਾਕਟਰਾਂ ਨੇ, ਘਰਦਿਆਂ ਨੇ ਮਨਾ ਕੀਤਾ ਵੀ ਆਪਾਂ ਤੰਦਰੁਸਤ ਹੋ ਕੇ ਜਾਵਾਂਗੇ, ਕੋਈ ਗੱਲ ਨਹੀਂ। ਮੈਨੂੰ ਯਾਦ ਆ ਤੁਸੀਂ ਨਵੇਂ ਸਾਲ ਮੌਕੇ ਵੀ ਕਹਿ ਰਹੇ ਸੀਗੇ ਕਿ ਮੈਂ ਨਵੇਂ ਸਾਲ ਤੇ ਆਉਣਾ ਚਾਹੁੰਦਾ, ਪਰ ਸਿਹਤ ਜਿਹੜੀ ਇਜਾਜ਼ਤ ਨਹੀਂ। ਤੁਸੀਂ ਕੋਸ਼ਿਸ਼ ਵੀ ਕਰ ਰਹੇ ਸੀ ਨਵੇਂ ਸਾਲ ਤੇ ਆਉਣ ਦੀ? ਹਾਂ, ਤੇ ਰਾਤ ਨੂੰ ਪਏ ਸੁਖਵਿੰਦਰ ਕਈ ਵਾਰੀ ਯਾਦ ਕਰਕੇ ਅੱਖਾਂ 'ਚੋਂ ਹੰਝੂ ਵੀ ਆ ਜਾਂਦੇ ਸੀ ਤੇ ਅਥਰੂ ਵੀ ਆ ਜਾਂਦੇ ਸੀ। ਬੜਾ ਮੈਨੂੰ ਫੀਲ ਹੁੰਦਾ ਸੀ ਮੈਂ ਉੱਥੇ ਕਿਉਂ ਨਹੀਂ ਆ। ਪਰ ਚਲੋ, ਜੋ ਮਹਾਰਾਜ ਜੀ, ਉਹਦੇ ਹੁਕਮ ਨਾਲ ਹੀ ਸਾਰਾ ਕੁਛ ਹੁੰਦਾ, ਗੁਰੂ ਮਹਾਰਾਜ ਤੇ ਮੇਰਾ ਹੁਣ ਬੜਾ ਮੇਰਾ ਉਤਾਵਲਾ ਹੋਇਆ ਮਨ ਵੀ ਛੇਤੀ ਚੱਲ ਕੇ ਆ ਜਾ। ਫਿਰ ਮੈਨੂੰ ਡਾਕਟਰ ਕਹਿੰਦੇ ਸੀ ਆ 4-5 ਦਿਨ ਤੁਸੀਂ ਟ੍ਰੀਟਮੈਂਟ ਕਰਾ ਲਓ, ਫਿਰ ਤੁਸੀਂ ਸੋਮਵਾਰ ਤੋਂ ਜੋ ਕਰਨਾ ਕਰਨਾ। ਹਾਂਜੀ, ਤਾਂ ਆਪਾਂ ਹੁਣ ਗੱਲਬਾਤ ਕਰਦੇ ਹਾਂ ਕਿਸਾਨੀ ਮੁੱਦੇ ਤੇ। ਜਿਹੜੀ ਅੱਜ ਦੀ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ, ਜਿਸ ਤਰੀਕੇ ਨਾਲ ਹੁਣ ਮੀਟਿੰਗ ਤੋਂ ਬਾਅਦ ਮੀਟਿੰਗ ਹੀ ਹੋਈ ਜਾ ਰਹੀ ਹੈ, ਕਿਵੇਂ ਦੇਖਦੇ ਹੋ ਹਾਲਾਤਾਂ ਨੂੰ? ਮੈਨੂੰ ਬੜਾ, ਮੈਂ ਹੈਰਾਨ ਹੁੰਦਾ ਵੀ ਇੰਨੀਆਂ ਮੀਟਿੰਗਾਂ ਦੀ ਕੀ ਲੋੜ ਸੀ, ਜਦ ਸ਼ੁਰੂ ਦੇ ਵਿੱਚ ਹੀ ਆਪਾਂ ਇਹ ਗੱਲ ਦੂਜੀ ਮੀਟਿੰਗ 'ਚ ਕਹਿਤੀ ਸੀ ਜੀ ਤੁਸੀਂ ਬਿੱਲ ਰੱਦ ਕਰੋ। ਬਾਰ-ਬਾਰ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਪਰ ਚਲੋ, ਇਹ ਵੀ ਅੱਛੀ ਗੱਲ ਹੈ ਕਿ ਗੱਲਬਾਤ ਜਿੰਨੀ ਹੋ ਜੇ ਉਨਾ ਹੀ ਚੰਗਾ ਹੈ। ਕਈ ਵਾਰੀ ਗੱਲਬਾਤ ਹੁੰਦੇ ਵਿੱਚ ਉਹਦਾ ਸਿੱਟਾ ਕੁਛ ਨਿਕਲ ਆਉਂਦਾ ਹੁੰਦਾ। ਬਿਲਕੁਲ। ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੁੰਦਾ ਹੈ ਕਿ ਜਦ ਤੁਸੀਂ ਕਿਸਾਨਾਂ ਨੂੰ ਬੁਲਾਉਂਦੇ ਹੋ ਉੱਥੇ, ਜਦ ਜਥੇਬੰਦੀਆਂ ਨੂੰ ਬੁਲਾਉਂਦੇ ਹੋ ਤੇ ਉਹ ਰੈਪਰਜੈਂਟ ਕਰਦੇ ਆ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ, ਪੰਜਾਬ ਨੂੰ, ਹਰਿਆਣਾ ਨੂੰ, ਸਭ ਨੂੰ, ਤੁਸੀਂ ਉਹਨਾਂ ਦੀ ਕਮ ਸੇ ਕਮ ਇੱਜ਼ਤ ਕਰਨੀ ਜ਼ਰੂਰ ਸਿੱਖੋ। ਕਮ ਸੇ ਕਮ ਤੁਸੀਂ ਉਹਨਾਂ ਨਾਲ ਲੜੋ ਭੜੋ ਨਾ। ਜਿਵੇਂ ਅੱਜ ਰਾਜੋਵਾਲ ਜੀ ਤੇ ਜਿਹੜੇ ਸਾਡੇ ਐਗਰੀਕਲਚਰ ਮੰਤਰੀ ਹੈ ਤੋਮਰ ਸਾਹਿਬ, ਉਹਨਾਂ ਦੀ ਆਪਸ ਦੇ ਵਿੱਚ ਖਹਿਬਾਜ਼ੀ ਹੋ ਗਈ ਸੀ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਜਦ ਸਪਸ਼ਟ ਗੱਲ ਕਰ ਹੀ ਦਿੱਤੀ ਹੈ ਆਪਾਂ ਕਿ ਜੀ ਅਸੀਂ ਤਾਂ ਬਿੱਲ ਵਾਪਸ ਕਰ ਰਹੇ ਹਾਂ ਤੇ ਅਸੀਂ ਇਹਨਾਂ ਤੋਂ ਇਲਾਵਾ ਹੋਰ ਕੋਈ ਪ੍ਰਸਤਾਵ ਜਿਹੜਾ ਤੁਸੀਂ ਰੱਖੋਗੇ ਸਾਨੂੰ ਮਨਜ਼ੂਰ ਨਹੀਂ ਹੈ, ਤਾਂ ਗੱਲ ਖਤਮ ਹੋ ਜਾਂਦੀ ਹੈ। ਮੇਰਾ ਖਿਆਲ ਸਰਕਾਰ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਦ ਗੱਲ ਮੁਕਾ ਹੀ ਦਿੱਤੀ ਤੇ ਹੁਣ ਤੁਸੀਂ ਉਹ ਤੇ ਸੋਚੋ ਵੀ ਬਿੱਲ ਤੁਸੀਂ ਵਾਪਸ ਕਰਨੇ ਕਿ ਨਹੀਂ ਕਰਨੇ। ਫਿਰ ਸੁਪਰੀਮ ਕੋਰਟ ਦੀ ਵੀ ਗੱਲ ਮੈਂ ਸੁਣੀ ਕਿ ਜੇ ਆਪਾਂ ਸੁਪਰੀਮ ਕੋਰਟ ਦਾ ਫੈਸਲਾ 11 ਤਰੀਕ ਨੂੰ ਜਿਹੜਾ ਆਉਂਦਾ, ਚਲੋ ਉਹ ਆਪਾਂ ਦੇਖ ਲਾਂਗੇ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ। ਪਰ ਜਦ ਇੱਕ ਗੱਲ ਸਪਸ਼ਟ ਕਹਿ ਹੀ ਦਿੱਤਾ ਹੈ ਕਿ ਜੀ ਜਿਹੜੇ ਕਿਸਾਨਾਂ ਨੇ ਬਿੱਲ ਵਾਪਸ ਕਰਨੇ ਨੇ ਤੇ ਅਸੀਂ ਇਹਦੇ ਉੱਤੇ ਹੋਰ ਮੁੱਦੇ ਤੇ ਕੋਈ ਗੱਲ ਨਹੀਂ ਕਰਨੀ, ਤਾਂ ਮੈਂ ਸਮਝਦਾ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੋਣਾ ਚਾਹੀਦਾ। ਇਸ ਪ੍ਰਸਤਾਵ ਤੇ ਤੁਸੀਂ ਗੱਲ ਕਰ ਸਕਦੇ ਹੋ।
ਜੀ ਔਰ ਇੱਕ ਗੱਲ ਮੈਂ ਜਥੇਬੰਦੀਆਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦਾ ਔਰ ਬੜਾ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਕਿ ਤੁਸੀਂ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇੱਕ ਮੁੱਦਾ ਰੱਖਿਆ, ਜਿਹੜੀ ਗੱਲ ਤੁਸੀਂ ਜ਼ੁਬਾਨ 'ਚ ਪਹਿਲਾਂ ਕੱਢੀ ਸੀ ਔਰ ਸਾਰੇ ਪੰਜਾਬ ਨੇ, ਸਾਰੇ ਹਿੰਦੁਸਤਾਨ ਨੇ ਮੰਨੀ ਸੀ, ਤੇ ਉਹੀ ਗੱਲ ਤੇ ਤੁਸੀਂ ਅੱਜ ਖੜੇ ਹੋ। ਇਸ ਚੀਜ਼ ਦੀ ਬਹੁਤ ਬਹੁਤ ਜਥੇਬੰਦੀਆਂ ਨੂੰ ਮੇਰੇ ਵੱਲੋਂ ਵਧਾਈ ਹੈ, ਸਤਿਕਾਰ ਹੈ, ਉਹਨਾਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ ਕਿ ਬੰਦੇ ਨੂੰ ਆਪਣੀ ਗੱਲ ਤੇ ਅੜਨਾ ਚਾਹੀਦਾ। ਪਰ ਜਿਹੜੀ ਗੱਲ ਸਰਕਾਰ ਕਰ ਰਹੀ ਹੈ, ਮੈਂ ਸਮਝਦਾ ਉਹ ਗੱਲ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ, ਕਿਉਂਕਿ ਇਸ ਗੱਲ ਦੇ ਜਿਹੜੇ ਸਿੱਟੇ ਨੇ ਉਹ ਗਾਹਾਂ ਜਾ ਕੇ ਬਹੁਤ ਖਤਰਨਾਕ ਹੋ ਸਕਦੇ ਨੇ ਦੇਸ਼ ਵਾਸਤੇ। ਸੋ ਮੈਨੂੰ ਬੜਾ ਯਕੀਨ ਹੈ ਕਿ 15 ਤਰੀਕ ਦੀ ਜਿਹੜੀ ਮੀਟਿੰਗ ਦੀ ਦੁਬਾਰਾ ਗੱਲ ਹੋਈ ਹੈ, ਉਦੋਂ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਏ। ਜੀ ਯੋਗਰਾਜ ਜੀ, ਕਿਵੇਂ ਦੇਖਦੇ ਹੋ? ਇੱਕ ਪਾਸੇ ਸਰਕਾਰ ਮੀਟਿੰਗਾਂ ਸੱਦ ਰਹੀ ਹੈ, ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਤੁਹਾਡਾ ਹੱਲ ਕਰਾਂਗੇ, ਦੂਜੇ ਪਾਸੇ ਪ੍ਰਧਾਨ ਮੰਤਰੀ ਜਦੋਂ ਕਿਸੇ ਨੂੰ ਸੰਬੋਧਨ ਕਰਨ ਲੱਗਦੇ ਆ ਕਿਸੇ ਸਭਾ ਨੂੰ, ਕਿਉਂਕਿ ਆਮ ਤਾਂ ਉਹ ਪ੍ਰੈਸ ਦੇ ਸਾਹਮਣੇ ਤਾਂ ਆਉਂਦੇ ਨਹੀਂ, ਤਾਂ ਆਨਲਾਈਨ ਜਾਂ ਮਨ ਕੀ ਬਾਤ ਜਦੋਂ ਕਰਦੇ ਨੇ ਤਾਂ ਜਿਹੜੇ ਹੈਗੇ ਆ ਇਹਨਾਂ ਨੂੰ ਸਲਾਹੁੰਦੇ ਨੇ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ। ਤਾਂ ਦੂਜੇ ਪਾਸੇ ਪੰਜਾਬ ਦੇ ਜਿਹੜੇ ਲੀਡਰ ਹੈ, ਚਾਹੇ ਉਹ ਜਾਣੀ ਹੋਣੀ ਹੋਣ, ਚਾਹੇ ਉਹ ਹਰਜੀਤ ਗਰੇਵਾਲ, ਜਿਹੜੇ ਖਾਸ ਕਰਕੇ ਉਹ ਅਜਿਹੇ ਬਿਆਨ ਦੇ ਦਿੰਦੇ ਆ ਜਿਹੜੇ ਬਿਆਨਾਂ ਤੋਂ ਬਾਅਦ ਜਿਹੜੇ ਆਪਣੇ ਕਿਸਾਨ ਹੈਗੇ ਆ, ਕਿਸਾਨ ਲੀਡਰ ਹੈਗੇ ਆ, ਉਹ ਚਿੜ ਜਾਂਦੇ ਆ। ਜਾਣ ਬੁੱਝ ਕੇ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਵੀ ਕਿਸਾਨ ਜੋ ਮਰਜ਼ੀ ਕਰ ਲੈਣ, ਅਸੀਂ ਜਿਹੜੇ ਹੈਗੇ ਆ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ, ਸੰਸ਼ੋਧਨ ਕਰਵਾ ਲੈਣ, ਕਾਨੂੰਨ ਕਿਸੇ ਹਾਲਤ 'ਚ ਰੱਦ ਨਹੀਂ ਹੋਣਗੇ। ਜਿਹੜੇ ਪੰਜਾਬ ਦੇ ਲੀਡਰ ਆ, ਚਲੋ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਉਹ ਤਾਂ ਗੁਜਰਾਤ ਤੋਂ ਆਏ ਨੇ, ਉਹਨਾਂ 'ਚ ਤਾਂ ਚਲੋ ਜੋ ਜਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਦੇਖਦੇ ਹਾਂ ਉਹ ਤਾਂ ਦੇਖਦੇ ਹੀ ਆ, ਪਰ ਜਿਹੜੇ ਖਾਸ ਕਰਕੇ ਸਾਡੇ ਪੰਜਾਬ ਦੇ ਲੀਡਰ ਨੇ, ਖਾਸ ਕਰਕੇ ਜਿਹੜੇ ਸਿੱਖ ਲੀਡਰ ਨੇ, ਹਰਜੀਤ ਗਰੇਵਾਲ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਬੜੀ ਉਮੀਦ ਹੁੰਦੀ ਹੈ ਇੱਕ ਦੂਜੇ ਤੋਂ, ਆਪਣੇ ਭੈਣ ਭਰਾ ਤੋਂ। ਜੇ ਸਾਡੇ ਕਿਸੇ ਭੈਣ ਭਰਾ ਦਾ ਕਿਸੇ ਉੱਪਰ ਸਰਕਾਰ ਦੇ ਵਿੱਚ ਹੱਥ ਪੈਂਦਾ ਹੋਵੇ ਤਾਂ ਉਮੀਦ ਕਰਦੇ ਹਾਂ ਕਿ ਸਾਡਾ ਕੋਈ ਨਾ ਕੋਈ ਕੰਮ ਕਰਵਾਊਗਾ, ਸਾਡਾ ਕੋਈ ਨਾ ਕੋਈ ਭਲਾ ਕਰਵਾਊਗਾ। ਪਰ ਜਿਸ ਤਰੀਕੇ ਦੇ ਨਾਲ ਹਰਜੀਤ ਗਰੇਵਾਲ ਹੋਣਾ ਦੀ ਭੂਮਿਕਾ ਤੁਸੀਂ ਕਿਵੇਂ ਦੇਖਦੇ ਹੋ? ਮੈਂ ਤਾਂ ਐਕਚੁਅਲੀ ਨਾਮ ਹੀ ਅੱਜ ਤੋਂ ਪਹਿਲੀ ਵਾਰੀ ਸੁਣਿਆ ਕਿ ਇਹ ਬੀਜੇਪੀ ਦੇ ਲੀਡਰ ਨੇ, ਪਰ ਚਲੋ ਹਰਜੀਤ ਗਰੇਵਾਲ ਦੇ ਬਾਰੇ ਤੁਹਾਨੂੰ ਦੱਸ ਦੇਣਾ, ਸਿੱਖ ਲੀਡਰ ਨੇ, ਬੀਜੇਪੀ ਦੇ ਰਿਪਰੈਜ਼ੈਂਟ ਕਰਦੇ ਨੇ ਐਜ਼ ਆ ਸਿੱਖ ਲੀਡਰ ਪੰਜਾਬ ਦੇ ਵਿੱਚ। ਚਲੋ ਤਾਰੀਫ, ਬਹੁਤ ਅੱਛੀ ਤਾਰੀਫ ਤੁਸੀਂ ਦੋਨਾਂ ਦੱਸਿਆ, ਔਰ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ, ਹਰਜੀਤ ਹੋਣਾ ਨੂੰ, ਸਾਰਿਆਂ ਨੂੰ, ਵੀ ਬਾਈ ਜੀ ਤੁਸੀਂ ਪੰਜਾਬ ਦੇ ਮੌਜੂਦ ਲੀਡਰ ਹੋ, ਬੇਸ਼ੱਕ ਤੁਸੀਂ ਬੀਜੇਪੀ ਦੇ ਹੋ, ਕਿਸੇ ਵੀ ਪਾਰਟੀ ਦੇ ਹੋ, ਇਸ ਵੇਲੇ ਜਿਹੜਾ ਮੁੱਦਾ ਹੈ ਉਹ ਕਿਸਾਨਾਂ ਦਾ ਹੈ, ਤੇ ਤੁਸੀਂ ਆਪ ਵੀ ਕਿਸਾਨ ਰਹੇ ਹੋ, ਤੁਹਾਡੇ ਆਪ ਦੇ ਵੱਡ ਵਡੇਰੇ ਕਿਸਾਨ ਹੋਣਗੇ, ਤੇ ਮੇਰੇ ਹਿਸਾਬ ਨਾਲ ਵੀ ਤੁਸੀਂ ਜ਼ਿੰਮੇਵਾਰੀ ਸਗੋਂ ਤੁਹਾਨੂੰ ਲੈਣੀ ਚਾਹੀਦੀ ਹੈ। ਤੁਸੀਂ ਜਾ ਕੇ ਜ਼ਰੂਰ, ਜਿਵੇਂ ਤੁਸੀਂ ਬੀਜੇਪੀ ਦੇ ਬੜੇ ਕਲੋਜ਼ ਹੋ ਜਾਂ ਤੁਸੀਂ ਮੋਦੀ ਜੀ ਦੇ ਬੜੇ ਨੇੜੇ ਹੋ, ਤੁਹਾਨੂੰ ਜਾ ਕੇ ਸਗੋਂ ਕਹਿਣਾ ਚਾਹੀਦਾ ਜੀ ਆਪਾਂ ਇਸ ਮੁੱਦੇ ਦਾ ਹੱਲ ਕਰੀਏ, ਕਿਉਂਕਿ ਇਹ ਸਾਰਾ ਪੰਜਾਬ ਤੋਂ ਤਵੱਕੋ ਰੱਖਦਾ ਸਾਰੇ ਲੀਡਰਾਂ ਤੋਂ, ਭਾਵੇਂ ਉਹ ਕਿਹੜੀ ਵੀ ਪਾਰਟੀ ਦੇ ਨੇ, ਕੋਈ ਵੀ ਹੋਣ। ਤੇ ਮੈਂ ਹਰਜੀਤ ਜੀ ਉਹਨਾਂ ਨੂੰ ਵੀ ਕਹੂੰਗਾ ਵੀ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਜ਼ਰੂਰ ਜਾ ਕੇ, ਪ੍ਰਧਾਨ ਮੰਤਰੀ ਜੀ ਤੁਹਾਡੇ ਬਹੁਤ ਨੇੜੇ ਹੈ, ਔਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ, ਮੁਲਾਕਾਤ ਕਰਕੇ ਆਏ, ਕਹਿੰਦੇ ਮੈਂ ਆਸ਼ੀਰਵਾਦ ਲੈ ਕੇ ਮੁੜਿਆ ਆ, ਕਹਿੰਦੇ ਮੈਂ ਤਾਂ ਇਲੈਕਸ਼ਨ ਵੀ ਲੜੂੰਗਾ ਤੇ ਬੀਜੇਪੀ ਵੀ ਲੜੂਗੀ ਤੇ ਪੰਜਾਬ ਦੇ ਵਿੱਚ ਜਿੱਤਾਂਗੇ ਵੀ, ਸਰਕਾਰ ਵੀ ਬਣਾਵਾਂਗੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੇ ਹਾਲਾਤਾਂ 'ਚ ਕਿਵੇਂ ਬਣਾਉਂਗੇ? ਕਹਿੰਦੇ ਲੋਕ ਤਾਂ ਖੁਸ਼ ਹੀ ਬਹੁਤ ਆ ਸਾਡੇ ਤੋਂ। ਚਲੋ ਜਮ ਤੁਸੀਂ ਇਲੈਕਸ਼ਨਾਂ ਲੜੋ, ਜਮ ਤੁਸੀਂ ਬੀਜੇਪੀ ਵੱਲੋਂ ਲੜੋ, ਜਿੱਥੋਂ ਮਰਜ਼ੀ ਕਰੋ, ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲੋ, ਲੇਕਿਨ ਇੰਨਾ ਕੁ ਫਰਜ਼ ਤਾਂ ਤੁਹਾਡਾ ਬਣਦਾ ਹੈ, ਤੁਸੀਂ ਪੰਜਾਬ ਦੇ ਵਿੱਚ ਪੈਦਾ ਹੋਏ, ਵੱਡੇ ਹੋਏ, ਤੁਹਾਡੇ ਵੱਡ ਵਡੇਰੇ ਪੰਜਾਬ ਦੇ ਵਿੱਚ ਖੇਤੀ ਕਰਦੇ ਰਹੇ ਹੈ, ਕਿ ਤੁਸੀਂ ਜਾ ਕੇ ਆਪਣੇ ਪੰਜਾਬ ਦੀ ਗੱਲ ਰੱਖੋ। ਇਹ ਤਵੱਕੋ ਤਾਂ ਸਾਰੇ ਰੱਖਦੇ ਤੇ ਮੈਂ ਵੀ ਰੱਖਦਾ। ਮੈਨੂੰ ਉਮੀਦ ਹੈ ਕਿ ਤੁਸੀਂ ਅੱਗੇ ਤੋਂ ਜ਼ਰੂਰ ਜਾ ਕੇ, ਤੁਸੀਂ ਜੋ ਤੁਹਾਡਾ ਦਿਲ ਕਰਦਾ ਕਰੋ, ਤੁਹਾਨੂੰ ਇਜਾਜ਼ਤ, ਹਰੇਕ ਡੈਮੋਕ੍ਰੇਟਿਕ ਕੰਟਰੀ ਇੱਥੇ ਜਿਹਦਾ ਦਿਲ ਕਰਦਾ ਜੋ ਮਰਜ਼ੀ ਕਰੇ, ਲੇਕਿਨ ਮੈਂ ਐਕਸਪੈਕਟ ਕਰਦਾ ਵੀ ਹਰ ਬੰਦਾ ਆਪਣੀ ਸਟੇਟ ਦੀ ਜਿੱਥੋਂ ਰਿਪਰੈਜ਼ੈਂਟ ਕਰ ਰਿਹਾ ਉਹਦੀ ਗੱਲ ਜ਼ਰੂਰ ਕਰੇ, ਬੇਸ਼ੱਕ ਉਹ ਕਿਸੇ ਵੀ ਧੜੇ ਦਾ ਹੋਵੇ। ਬਾਕੀ ਆਪਣੀ ਆਪਣੀ ਸੋਚ ਹੈ, ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ, ਪਰ ਮੈਨੂੰ ਦੁੱਖ ਜ਼ਰੂਰ ਹੈ ਕਿ ਇੱਕ ਸਿੱਖ ਲੀਡਰ ਹੋ ਕੇ, ਪੰਜਾਬ ਦੀ ਧਰਤੀ ਤੇ ਪੈਦਾ ਹੋ ਕੇ, ਤੁਸੀਂ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਪੱਖ ਨਾ ਲਾਓ, ਤਾਂ ਇਹ ਦੁੱਖ ਵਾਲੀ ਗੱਲ ਹੈ। ਬਾਕੀ ਤੁਹਾਡੀ ਆਪਣੀ ਮਰਜ਼ੀ ਹੈ, ਮੈਂ ਇਹਦੇ ਬਾਰੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ, ਪਰ ਹਾਂ ਮੈਨੂੰ ਇਸ ਚੀਜ਼ ਦਾ ਬੜੀ ਸੱਟ ਲੱਗੀ ਹੈ ਕਿ ਤੁਸੀਂ ਇਸ ਤਰ੍ਹਾਂ ਜਾ ਕੇ ਤੁਹਾਡੇ ਇੰਨੇ ਨੇੜੇ ਹੋਣ ਔਰ ਤੁਸੀਂ ਰੈਪਰੈਜ਼ੈਂਟ ਕਰਦੇ ਹੋ ਪੰਜਾਬ ਨੂੰ, ਤਾਂ ਤੁਹਾਨੂੰ ਪੰਜਾਬ ਦੀ ਗੱਲ ਜ਼ਰੂਰ ਕਰਨੀ ਚਾਹੀਦੀ। ਬਿਲਕੁਲ। ਤਾਂ ਗੱਲ ਹੁਣ ਆਪਾਂ ਜੇ ਕਿਸਾਨੀ ਅੰਦੋਲਨ ਦੀ ਕਰੀਏ ਤਾਂ ਕਿਸਾਨੀ ਅੰਦੋਲਨ ਬੜਾ ਵਧੀਆ ਵੱਡੇ ਪੱਧਰ 'ਤੇ ਚੱਲ ਰਿਹਾ, ਲਗਾਤਾਰ ਇੱਥੇ ਗਿਣਤੀ ਜਿਹੜੀ ਹੈਗੀ ਹੈ ਕਿਸਾਨਾਂ ਦੀ ਵੱਧ ਰਹੀ ਹੈ। ਬੇਸ਼ੱਕ ਸਰਕਾਰ ਨੂੰ ਪਹਿਲਾਂ ਇਹ ਉਮੀਦ ਸੀ ਕਿ ਇੱਥੇ ਬਹੁਤਾ ਚਿਰ ਟਿਕ ਨਹੀਂ ਪਾਉਣਗੇ ਭੁੱਖ ਦੇ ਕਾਰਨ, ਫਿਰ ਲੰਗਰ ਲੱਗ ਗਏ, ਫਿਰ ਸ਼ਾਇਦ ਇਹ ਵੀ ਗੱਲ ਹੋ ਗਈ ਕਿ ਸਰਕਾਰ ਨੂੰ ਕਿ ਜਿਹੜੇ ਕਿਸਾਨ ਆ, ਹੁਣ ਦਿਨ ਤਿਉਹਾਰ ਆ ਗਏ, ਦੀਵਾਲੀ ਆ ਗਈ ਸੀਗੀ ਜਾਂ ਹੋਰ ਵੀ ਨਵਾਂ ਸਾਲ ਵੀ ਆ ਗਿਆ ਸੀ, ਇਹਨਾਂ ਨੂੰ ਮਨਾਉਣ ਦੇ ਲਈ ਘਰ ਮੁੜ ਜਾਣਗੇ। ਤਾਂ ਫਿਰ ਉਸ ਤੋਂ ਬਾਅਦ ਫਿਰ ਵੀ ਨਹੀਂ ਮੁੜੇ, ਤਾਂ ਫਿਰ ਆ ਗਈ ਠੰਡ।
ਠੰਡ ਦੇ ਕਰਕੇ ਵੀ ਸੀਗਾ ਵੀ ਚਲੋ ਮੁੜ ਜਾਣਗੇ, ਫਿਰ ਆ ਗਿਆ ਮੀਂਹ ਪੈਣ ਲੱਗ ਗਿਆ, ਫਿਰ ਵੀ ਇੱਦਾਂ ਹੋਊਗਾ ਮੁੜ ਜਾਣਗੇ, ਪਰ ਲਗਾਤਾਰ ਡਟੇ ਰਹੇ ਆ ਕਿਸਾਨ। ਇਹ ਸਭ ਦੇ ਵਿਚਕਾਰ ਆਪਾਂ ਨੂੰ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਆ, ਚਾਹੇ ਉਹ ਇੱਥੇ ਅੰਦੋਲਨ ਦੇ ਵਿੱਚ ਹੋਵੇ, ਚਾਹੇ ਉਹ ਪਿੰਡਾਂ ਦੇ ਵਿੱਚ ਹੋਵੇ। ਪਰ ਹੁਣ ਕੁਝ ਦਿਨਾਂ ਤੋਂ ਥੋੜ੍ਹਾ ਜਿਹਾ ਮਿਸਅੰਡਰਸਟੈਂਡਿੰਗ ਚੱਲ ਰਹੀ ਹੈ। ਦੋ ਨੌਜਵਾਨ ਜਿਹੜੇ ਹੈਗੇ ਆ, ਇੱਕ ਦੀਪ ਸਿੱਧੂ ਅਤੇ ਇੱਕ ਲੱਖਾ ਸਿਧਾਣਾ, ਅਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਨੌਬਤ ਇੱਥੋਂ ਤੱਕ ਆ ਗਈ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਨਾ ਪੈ ਗਿਆ ਆਪਣੇ ਲੈਟਰ ਪੈਡ ਦੇ ਉੱਪਰ, ਲੱਖੇ ਸਿਧਾਣੇ ਦਾ ਅਤੇ ਜਿਹੜਾ ਦੀਪ ਸਿੱਧੂ ਦਾ ਬਾਈਕਾਟ ਕਰਨਾ ਪੈ ਗਿਆ। ਤੁਸੀਂ ਕਿਵੇਂ ਦੇਖਦੇ ਹੋ ਅਜਿਹੇ ਹਾਲਾਤਾਂ ਦੇ ਉੱਪਰ, ਜਿੱਥੇ ਬਹੁਤ ਸਾਰੀਆਂ ਮਿਸਾਲਾਂ ਆਪਾਂ ਨੂੰ ਮਿਲਦੀਆਂ ਨੇ ਜਿਹੜੀਆਂ ਭਾਈਚਾਰਕ ਸਾਂਝ ਦੀਆਂ, ਤਾਂ ਉੱਥੇ ਹੀ ਅਜਿਹੇ ਜਦੋਂ ਨਿਕਲਦੀਆਂ ਗੱਲਾਂ ਵਿੱਚੋਂ ਤਾਂ ਫਿਰ ਦੁੱਖ ਲੱਗਦਾ। ਤੁਸੀਂ ਕਿਵੇਂ ਦੇਖਦੇ ਹੋ? ਸੁਖਵਿੰਦਰ, ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਲੋਕ, ਬਹੁਤ ਸਾਰੇ ਵਰਗ ਦੇ ਬੰਦਿਆਂ ਨੇ, ਲੱਖਾ ਸਿਧਾਣਾ ਜੀ ਨੇ, ਦੀਪ ਸਿੱਧੂ ਜੀ ਨੇ, ਹੋਰ ਸਾਰਿਆਂ ਨੇ, ਸਿੰਗਰਾਂ ਨੇ, ਕਲਾਕਾਰਾਂ ਨੇ ਪਿਛਲੇ 4-5 ਮਹੀਨੇ ਤੋਂ ਜਦੋਂ ਅੰਦੋਲਨ ਸ਼ੁਰੂ ਹੋਇਆ ਉਹਨਾਂ ਬੜਾ ਸਾਥ ਦਿੱਤਾ ਹੈ ਔਰ ਬੜਾ ਕੰਮ ਕੀਤਾ ਹੈ, ਔਰ ਮੈਂ ਇਸ ਚੀਜ਼ ਦੀ ਬੜੀ ਸਰਾਹਨਾ ਕਰਦਾ ਔਰ ਮੇਰਾ ਸੀਸ ਝੁਕਦਾ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੀ ਆਵਾਜ਼ ਨੂੰ ਉੱਚਾ ਉਠਾਇਆ। ਮੈਂ ਹਮੇਸ਼ਾ ਇਹ ਗੱਲ ਜ਼ਰੂਰ ਕਹੂੰਗਾ, ਕਿਉਂਕਿ ਦੀਪ ਸਿੱਧੂ ਤੇ ਸਿਧਾਣਾ, ਇਹ ਲੱਖਾ ਸਿਧਾਣਾ, ਇਹ ਮੇਰੇ ਪੁੱਤਰ ਵਰਗੇ ਨੇ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਔਰ ਸਾਰਿਆਂ ਦੀ ਬਹੁਤ ਇੱਜ਼ਤ ਕਰਦਾ। ਕਿ ਆਪਾਂ ਨੂੰ ਇਹ ਵੀ ਬੇਟਾ ਸੋਚ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਪਿਛਲੇ 3 ਦਹਾਕਿਆਂ ਤੋਂ ਕੰਮ ਕਰ ਰਹੀਆਂ ਨੇ ਕਾਫੀ ਜ਼ੋਰਦਾਰ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਸਹੀਆਂ ਵੀ, ਜਦ ਕੋਈ ਜਥੇਬੰਦੀਆਂ ਦੀ ਬੰਦਾ ਜਾਂਦਾ ਸੀ ਤਾਂ ਲੋਕ ਕਹਿੰਦੇ ਸੀ ਭਾਈ ਇਹਨਾਂ ਨੂੰ ਕੰਮ ਹੀ ਕੋਈ ਨਹੀਂ, ਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ। 2009 ਦੇ ਵਿੱਚ ਜਦ ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਜੀ ਕਿਸ਼ਨ ਸਿੰਘ ਜੀ ਤੇ ਉਹਨਾਂ ਦੇ ਚਾਚਾ ਜੀ, ਉਦੋਂ ਵੀ ਇਹੀ ਬਿੱਲ ਆਏ ਸੀ ਅੰਗਰੇਜ਼ਾਂ ਦੇ ਟਾਈਮ, ਤੁਹਾਨੂੰ ਯਾਦ ਹੋਊਗਾ, ਤੇ ਉਦੋਂ ਹੂ ਬਹੂ ਸਾਰੇ ਇਕੱਠੇ ਹੋ ਕੇ ਔਰ ਐਸਾ ਤਗੜਾ ਅੰਦੋਲਨ ਕੀਤਾ ਕਿ ਉਹ ਬਿੱਲ ਵਾਪਸ ਹੋ ਗਏ। ਸੋ ਮੈਨੂੰ ਅੱਜ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਦੇ ਅੱਗੇ, ਲੱਖਾ ਸਿਧਾਣਾ ਦੇ ਅੱਗੇ, ਦੀਪ ਸਿੱਧੂ ਦੇ ਅੱਗੇ ਤੇ ਜਥੇਬੰਦੀ ਦੇ ਅੱਗੇ, ਕਿ ਆਪਾਂ ਨੂੰ ਇਸ ਵਕਤ ਇਕੱਠੇ ਹੋ ਕੇ ਚੱਲਣਾ ਚਾਹੀਦਾ। ਔਰ ਮੈਂ ਗੱਲ ਜ਼ਰੂਰ ਕਹੂੰਗਾ ਕਿ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਵੱਡ ਵਡੇਰੇ ਨੇ, ਕਈ ਦਹਾਕਿਆਂ ਤੋਂ ਕੰਮ ਕਰ ਰਹੇ ਨੇ। ਆਪਾਂ ਨੂੰ ਬੇਟਾ ਜੀ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਜੇ ਉਹ ਆਪਾਂ ਨੂੰ ਕਹਿੰਦੇ ਨੇ ਭਾਈ ਤੁਸੀਂ ਕੋਈ ਗੱਲ ਨਾ ਕਰੋ ਤਾਂ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਮੈਂ ਵੀ ਬੜੀ ਵਾਰੀ ਦਿੱਲੀ ਰਿਹਾ, ਗਿਆ 4-15 ਦਿਨ 20 ਦਿਨ ਮੈਂ ਵੀ ਉੱਥੇ ਲਾਏ ਹੈ, ਪਰ ਮੈਂ ਜਦ ਵੀ ਉੱਥੇ ਗਿਆ ਇੱਕ ਦਿਨ ਬੋਲਿਆ ਸੀ 5 ਮਿੰਟ ਵਾਸਤੇ, ਤੇ ਸ਼ਾਇਦ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ। ਤੇ ਮੈਂ ਇਸ ਗੱਲ ਦਾ ਕਦੇ ਰੰਜਿਸ਼ ਨਹੀਂ ਕੀਤੀ, ਕਿਉਂਕਿ ਇਸ ਵਕਤ ਸਿਰਫ ਸਾਰਾ ਮੁੱਦਾ ਕਿਸਾਨਾਂ ਦੇ ਜਿਹੜੇ 3 ਬਿੱਲ ਨੇ ਉਹਨਾਂ ਨੂੰ ਆਪਾਂ ਰੱਦ ਕਰਾਉਣਾ, ਔਰ ਬੜੀ ਮੁਸ਼ਕਿਲ ਨਾਲ ਪੰਜਾਬ ਇਕੱਠਾ ਹੋਇਆ ਹੈ। ਮੈਂ ਬਹੁਤ ਮਿਹਨਤ ਕਰੀ ਹੈ, ਤੁਸੀਂ ਬੜੀ ਮਿਹਨਤ ਕਰੀ ਹੈ, ਸਾਰਿਆਂ ਨੇ ਬੜੀ ਮਿਹਨਤ ਕਰੀ ਹੈ। ਤਾਂ ਮੇਰੀ ਇਲਤਜਾ ਹੈ ਲੱਖਾ ਜੀ ਦੇ ਸਾਹਮਣੇ, ਦੀਪ ਸਿੱਧੂ ਜੀ ਦੇ ਸਾਹਮਣੇ, ਕਿ ਤੁਸੀਂ ਬਿਲਕੁਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਨਹੀਂ ਕਰਨਾ। ਇਹਨਾਂ ਨੂੰ ਸਗੋਂ ਆਪਣੇ ਵੱਡ ਵਡੇਰੇ ਨੇ, ਇਹਨਾਂ ਨੂੰ ਕਹੋ ਜੀ ਜਿਵੇਂ ਤੁਹਾਡੀ ਮਰਜ਼ੀ ਆਪਾਂ ਉਵੇਂ ਚੱਲਾਂਗੇ, ਮੈਂ ਆ ਰਿਹਾ ਦਿੱਲੀ, ਆਪਾਂ ਮਿਲਾਂਗੇ, ਬੈਠ ਕੇ ਗੱਲ ਕਰਾਂਗੇ। ਆਪਣੇ 'ਚ ਬਿਲਕੁਲ ਫਰਕ ਨਹੀਂ ਪੈਣਾ ਚਾਹੀਦਾ। ਦੇਖੋ ਆਪਣੇ 'ਚ ਫਰਕ ਸੀਗੇ, ਆਪਾਂ ਇੱਕ ਦੂਜੇ ਨਾਲ ਖਹਿੰਦੇ ਸੀ, ਇਸ ਕਰਕੇ ਲੋਕਾਂ ਨੇ ਆਪਣਾ ਬਹੁਤ ਨਜਾਇਜ਼ ਫਾਇਦਾ ਉਠਾਇਆ। ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਆਇਆ ਕਿ ਪੰਜਾਬ ਕਿੰਨਾ ਵੱਡਾ ਸੀ, ਛੋਟਾ ਕਿਉਂ ਹੋਇਆ, ਐਡਾ ਛੋਟਾ ਕਿਉਂ ਰਹਿ ਗਿਆ? ਸਵਾਲ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ। ਇਸ ਗੱਲ ਨੂੰ ਤੁਸੀਂ ਸਮਝੋ ਕਿ ਆਪਾਂ ਪਿੱਛੇ ਇੱਕ ਦੂਜੇ ਨਾਲ ਲੜਦੇ ਰਹੇ, ਇੱਕ ਦੂਜੇ ਨੂੰ ਆਪਣੀ ਚੌਧਰ ਪਿੱਛੇ ਬਹੁਤ ਕੁਝ ਕਹਿੰਦੇ ਰਹੇ। ਹੁਣ ਟਾਈਮ ਆਇਆ ਕਿ ਅੱਜ ਬਿੱਲ ਰੱਦ ਵੀ ਹੋ ਜਾਣਗੇ। ਮੇਰਾ ਦਿਲ ਕਹਿੰਦਾ, ਮੈਨੂੰ ਰੱਬ ਵੱਲੋਂ ਆਵਾਜ਼ ਹੈ, ਬਿੱਲ ਰੱਦ ਵੀ ਹੋ ਜਾਣਗੇ। ਉਸ ਤੋਂ ਬਾਅਦ ਵੀ ਆਪਾਂ ਨੂੰ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਇੱਕ ਨਵਾਂ ਸਰੂਪ ਚੜਾਉਣਾ ਪੈਣਾ। ਸੋ ਬੇਨਤੀ ਹੈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ, ਔਰ ਇਹੋ ਜਿਹੀਆਂ ਗੱਲਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਆਪਾਂ ਸਾਰੇ ਇੱਕ ਬਹੁਤ ਹੀ ਜ਼ਿੰਮੇਦਾਰ ਹਾਂ। ਬਿਲਕੁਲ। ਤਾਂ ਉਮੀਦ ਕਰਦੇ ਹਾਂ ਤੁਸੀਂ ਇੱਥੇ ਆ ਕੇ ਇਹਨਾਂ ਦੇ ਵਿਚਕਾਰ ਪੁਲ ਦਾ ਕੰਮ ਕਰੋਗੇ, ਇਹਨਾਂ ਦੇ ਸਾਰੇ ਜਿਹੜੇ ਆਪਸੀ ਵਖਰੇਵੇਂ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋਗੇ। ਮੈਂ ਜ਼ਰੂਰ ਕਰੂੰਗਾ। ਮੇਰਾ ਤਾਂ ਹਮੇਸ਼ਾ ਹੀ ਮੁੱਦਾ ਰਿਹਾ, ਜਿਹੜਾ ਡਿੱਗਿਆ ਸੁਖਵਿੰਦਰ ਨੂੰ ਚੱਕ ਲਓ, ਜਿਹੜਾ ਰੁੱਸਿਆ ਉਹਨੂੰ ਮਨਾ ਲਓ, ਜਿਹੜਾ ਚੱਲ ਨਹੀਂ ਸਕਦਾ ਉਹਨੂੰ ਮੋਢਿਆਂ ਤੇ ਚੱਕ ਲਓ। ਮੈਂ ਤਾਂ ਉਹ ਆਦਮੀ ਹਾਂ ਜਿਹੜਾ ਜ਼ਿੰਦਗੀ 'ਚ ਹਮੇਸ਼ਾ ਸਭ ਨੂੰ ਜੋੜਦਾ ਆਇਆ, ਸਾਰੇ ਲੋਕਾਂ ਨੂੰ ਜੋੜਦਾ ਆਇਆ। ਔਰ ਮੈਂ ਜ਼ਰੂਰ ਆ ਕੇ ਲੱਖਾ ਜੀ ਨੂੰ ਵੀ ਮਿਲੂੰਗਾ, ਦੀਪ ਸਿੱਧੂ ਜੀ ਨੂੰ ਵੀ ਮਿਲੂੰਗਾ, ਔਰ ਜਥੇਬੰਦੀਆਂ ਜੀ ਨੂੰ ਮਿਲੂੰਗਾ, ਔਰ ਬੇਨਤੀ ਕਰੂੰਗਾ ਵੀ ਜਿਹੜੇ ਮਾੜੇ ਮੋਟੇ ਆਪਣੇ ਗੱਲ ਹੈਗੀ ਹੈ, ਤੁਸੀਂ ਦੱਸੋ ਵੀ ਕੀ ਚਾਹੁੰਦੇ, ਅਸੀਂ ਸਟੇਜ ਤੇ ਕਿਵੇਂ ਬੋਲੀਏ, ਕਿਵੇਂ ਨਾ ਬੋਲੀਏ। ਤੁਸੀਂ ਨਹੀਂ ਵੀ ਸਾਨੂੰ ਬੁਲਾਉਣਾ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਪੁੱਤਰਾਂ ਵਾਂਗੂ ਹਾਂ, ਅਸੀਂ ਪੰਜਾਬ ਦੀ ਧਰਤੀ ਦੇ ਪੁੱਤਰ ਹਾਂ, ਅਸੀਂ ਤੁਹਾਡੇ ਵਿੱਚ ਆ ਕੇ ਬੈਠਾਂਗੇ। ਮੈਂ ਜ਼ਰੂਰ ਵਿੱਚ ਬੈਠ ਕੇ ਜਿਹੜੇ ਛੋਟੇ ਮੋਟੇ ਨਾਰਾਜ਼ਗੀਆਂ ਨੇ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ। ਮੈਨੂੰ ਉਮੀਦ ਹੈ ਕਿ ਲੱਖੇ ਹੋਣੀ, ਦੀਪ ਹੋਣੀ ਤੇ ਜਥੇਬੰਦੀਆਂ ਮੇਰੀ ਇੱਜ਼ਤ ਵੀ ਕਰਦੇ ਨੇ, ਪਿਆਰ ਵੀ ਕਰਦੇ ਨੇ, ਉਹ ਬੱਚਿਆਂ ਵਰਗੇ ਨੇ, ਸਾਡੇ ਵੱਡ ਵਡੇਰੇ ਨੇ, ਤੇ ਦੋਨਾਂ ਪਿਓ ਪੁੱਤਰਾਂ 'ਚ ਬੜੀ ਕੋਈ ਨਾਰਾਜ਼ਗੀ ਹੈ ਤਾਂ ਮੈਂ ਜ਼ਰੂਰ ਬੈਠ ਕੇ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ।
ਕੁਝ ਲੋਕ ਸਿਆਸਤ ਵੀ ਕਾਫੀ ਜ਼ਿਆਦਾ ਇਹਦੇ ਵਿੱਚ ਭਖਾਉਣ ਦੀ ਕੋਸ਼ਿਸ਼ ਕਰਦੇ ਆ। ਕੁਝ ਪਾਰਟੀਆਂ ਕਹੀ ਜਾਂਦੀਆਂ ਇਹਦੇ ਵਿੱਚ ਸਾਰੇ ਸਾਡੇ ਵਰਕਰ ਬੈਠੇ ਆ ਅੰਦੋਲਨ ਦੇ ਵਿੱਚ, ਕੁਝ ਪਾਰਟੀਆਂ ਕਹਿੰਦੀਆਂ ਸਾਡੇ ਵਰਕਰ ਬੈਠੇ ਆ। ਅਜਿਹੇ ਲੋਕ ਜਿਹੜੇ ਸਿਆਸਤ ਕਰਦੇ ਆ, ਕਿ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਗੁਰੇਜ਼ ਕਰਨਾ ਚਾਹੀਦਾ ਸਿਆਸਤ ਤੋਂ? ਕਿਉਂਕਿ ਇੱਥੇ ਨਾ ਤਾਂ ਕੋਈ ਅਕਾਲੀ ਹੈ, ਨਾ ਕੋਈ ਕਾਂਗਰਸੀ ਹੈ, ਨਾ ਕੋਈ ਇੱਥੇ ਜਾਤ ਧਰਮ ਦਾ ਜਾਂ ਕੋਈ ਕਿਸੇ ਵਰਗ ਦਾ, ਖਾਸ ਤੌਰ 'ਤੇ ਇੱਥੇ ਭਾਈਚਾਰਕ ਸਾਂਝ ਨੂੰ ਬੈਠੇ ਨੇ ਲੋਕ। ਇਹ ਗੱਲ ਵੀ ਵਰਣਨਯੋਗ ਹੈ ਕਿ ਆਪਾਂ ਨੂੰ ਇਸ ਵਕਤ ਇਹ ਸੋਚਣਾ ਹੀ ਨਹੀਂ ਚਾਹੀਦਾ ਕਿ ਜੀ ਆਪਾਂ ਅਕਾਲੀ ਹਾਂ ਜਾਂ ਕਾਂਗਰਸ ਹਾਂ ਜਾਂ ਆਪਾਂ ਜੋ ਵੀ ਹੈ ਜਿੰਨੀਆਂ ਵੀ ਪਾਰਟੀਆਂ ਨੇ, ਆਪਾਂ ਨੂੰ ਇਸ ਵਕਤ ਇਹੀ ਸੋਚਣਾ ਚਾਹੀਦਾ ਹੈ ਕਿ ਆਪਾਂ ਪੰਜਾਬ ਦੀ ਧਰਤੀ ਤੇ ਨਾਲ ਆ। ਪੰਜਾਬ ਦੀ ਧਰਤੀ ਦੇ ਕਿਸਾਨਾਂ ਦੀ ਗੱਲ ਹੈ, ਉਹ ਤਾਂ ਹੁਣ ਤਾਂ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਬਣ ਗਈ। ਹੁਣ ਤਾਂ ਆਪਣੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ। ਸੋ ਮੈਂ ਸਮਝਦਾ ਤੁਸੀਂ ਆਪਣੀਆਂ ਸਿਆਸਤਾਂ ਕਰਨੀਆਂ, ਸਾਰੇ ਪਾਰਟੀ ਵਾਲੇ ਸਾਰੇ ਲੀਡਰ ਬੰਦ ਕਰ ਦਿਓ। ਬੇਨਤੀ ਹੈ ਤੁਹਾਡੇ ਅੱਗੇ ਪੰਜਾਬ ਦਾ ਆਪਾਂ ਬਹੁਤ ਨੁਕਸਾਨ ਕਰਤਾ, ਇੰਨਾ ਕੁ ਨੁਕਸਾਨ ਕਰਤਾ ਕਿ ਸ਼ਾਇਦ ਆਉਣ ਵਾਲੇ 100 ਸਾਲ ਦੇ ਵਿੱਚ ਵੀ ਪੂਰਾ ਨਾ ਹੋਵੇ। ਸੋ ਮੈਂ ਸਾਰੀ ਪਾਰਟੀਆਂ ਨੂੰ ਆਖੂੰਗਾ ਵੀ ਤੁਹਾਨੂੰ ਨਾਲੇ ਆਪਾਂ ਨੂੰ ਇਹ ਗੱਲਾਂ 'ਚ ਨਹੀਂ ਫਸਣਾ ਚਾਹੀਦਾ। ਮੈਂ ਜਥੇਬੰਦੀਆਂ ਨੂੰ ਵੀ ਕਹੂੰਗਾ, ਇਹ ਸਾਰੇ ਜਿਹੜੇ ਲੱਖੇ ਹੋਣੀ ਜਾਂ ਦੀਪ ਹੋਣੀ ਜਾਂ ਦੂਜੇ ਹੋਰ ਕਲਾਕਾਰ ਸਾਰੇ ਵੀ, ਆਪਾਂ ਪਾਰਟੀਬਾਜ਼ੀ ਦੀ ਗੱਲ ਕਰਨੀ ਨਹੀਂ। ਆਪਾਂ ਇੱਕੋ ਹੀ ਮੁੱਦਾ ਰੱਖਣਾ, ਸਾਡਾ ਕਿਸਾਨ, ਸਾਡਾ ਮਜ਼ਦੂਰ, ਸਾਡੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਦਾ ਭਲਾ ਕਿਵੇਂ ਹੋਵੇ ਉਹ ਜ਼ਰੂਰੀ ਹੈ। ਔਰ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ, ਮੇਰਾ ਦਿਲ ਕਰਦਾ ਸੀ ਕਹਿਣ ਨੂੰ, ਪਰ ਮੈਂ ਸਾਰੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਸ਼ਾਂਤੀ ਆਵੇ, ਪੰਜਾਬ ਦੇ ਵਿੱਚ ਇੱਕ ਨਵਾਂ ਸੂਰਜ ਚੜੇ? ਇਹ ਤੁਹਾਨੂੰ, ਤੁਸੀਂ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਦੇ ਝੰਡੇ ਪਾਰਟੀਆਂ ਦੇ ਛੱਡ ਕੇ ਸਿਰਫ ਕਿਸਾਨ ਦੇ ਕੋਲ ਆ ਕੇ ਬੈਠੋ ਔਰ ਉਹਨਾਂ ਦੀ ਗੱਲ ਸੁਣੋ। ਜੇ ਤੁਹਾਨੂੰ ਬੋਲਣ ਨੂੰ ਨਹੀਂ ਮਿਲਦਾ ਤੁਸੀਂ ਨਾ ਬੋਲੋ। ਸਪੀਚਾਂ ਦੇਣ ਨਾਲ ਸਭ ਕੁਝ ਨਹੀਂ ਹੁੰਦਾ। ਜਥੇਬੰਦੀਆਂ ਬੋਲ ਰਹੀਆਂ ਜਾਂ ਹੋਰ ਮੁਆਜ਼ਬ ਲੋਕ ਬੋਲ ਰਹੇ ਆ, ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਇੱਕ ਭਾਈਚਾਰਾ ਆਪਣਾ ਪੰਜਾਬ ਦਾ ਬਣੂਗਾ। ਇਹ ਸਿਆਣੀ ਗੱਲ ਹੈ ਮੇਰੀ, ਮੰਨ ਲਓ। ਕਿਤੇ ਇਹ ਕੰਮ ਨਾ ਕਰਾ ਲਿਓ ਯਹੂਦੀ ਵਾਂਗੂ, ਇਜ਼ਰਾਈਲ ਦੇ ਵਿੱਚੋਂ ਲੜਦੇ ਸੀ, ਮਰਦੇ ਸੀ, ਮੁੜ ਕੇ ਜੁੱਤੀਆਂ ਮਾਰ ਕੇ ਇਜ਼ਰਾਈਲ ਤੋਂ ਬਾਹਰ ਕੱਢਤਾ। ਫਿਰ ਮੇਰੇ ਵਰਗੇ ਵੱਡ ਵਡੇਰਿਆਂ ਨੇ ਕਿਹਾ, ਬਜ਼ੁਰਗਾਂ ਨੇ ਕਿਹਾ, ਭਾਈ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਰਹੋ। 1000 ਸਾਲ ਬਾਅਦ ਫਿਰ ਜਾ ਕੇ ਇਜ਼ਰਾਈਲ ਫਤਿਹ ਕੀਤਾ, ਵਾਪਸ ਲਿਆ ਤੇ ਮੁੜ ਕੇ ਸਾਰੀ ਦੁਨੀਆ ਤੇ ਰਾਜ ਵੀ ਕੀਤਾ। ਤੁਹਾਨੂੰ ਪਤਾ, ਉਹਨੂੰ ਆਪਾਂ ਅੰਗਰੇਜ਼ ਕਹਿੰਦੇ ਆ। ਸੋ ਬਾਇਜ਼ਤ ਮੈਂ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਸਾਰੇ ਇਕੱਠੇ ਹੋਈਏ, ਸਾਰੇ ਵਰਗ ਦੇ, ਪਾਰਟੀ ਪੋਟੀ ਛੱਡੋ ਪਰੇ। ਇਸ ਪੰਜਾਬ ਦੇ ਕਿਸਾਨਾਂ ਦਾ ਸਵਾਲ ਹੈ, ਉਸੇ ਸਵਾਲ ਨੂੰ ਆਪਾਂ ਅੱਗੇ ਵਧਾਉਂਦੇ ਹੋਏ ਇਕੱਠੇ ਹੋ ਕੇ ਤੁਰਾਂਗੇ ਤਾਂ ਆਪਣੀ ਤਾਕਤ ਜ਼ਿਆਦਾ ਬਣਦੀ। ਯੋਗਰਾਜ ਜੀ, ਇੱਕ ਤੁਹਾਡੀ ਹੀ ਇੰਡਸਟਰੀ ਦਾ ਇੱਕ ਨੌਜਵਾਨ ਹੈ, ਬੜਾ ਵਧੀਆ ਨੌਜਵਾਨ ਹੈ, ਉਹਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ, ਖਾਸ ਕਰਕੇ ਪੱਗ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਉਹਨੇ ਰੋਸ਼ਨ ਕੀਤਾ। ਤੁਸੀਂ ਜਾਣਦੇ ਹੀ ਹੋ ਦਿਲਜੀਤ ਦੋਸਾਂਝ ਨੂੰ, ਹਾਲਾਂਕਿ ਤੁਸੀਂ ਉਹਦੇ ਨਾਲ ਕੰਮ ਵੀ ਕੀਤਾ ਹੋਇਆ। ਉਹਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ, ਇੱਥੇ ਆ ਕੇ ਉਹਨੇ 1 ਕਰੋੜ ਰੁਪਏ ਦਾ ਕਿਸਾਨਾਂ ਦੀ ਸਹਾਇਤਾ ਕੀਤੀ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਨਕਮ ਟੈਕਸ ਦੀ ਉਹਦੇ 'ਤੇ ਰੇਡ ਵੀ ਪਾਈ ਗਈ। ਕੁਝ ਲੜਕੀਆਂ ਹੈਗੀਆਂ ਉੱਥੋਂ ਦੀਆਂ ਬਾਲੀਵੁੱਡ ਦੀਆਂ, ਉਹ ਉਸ 'ਤੇ ਤੰਜ ਕੱਸਦੀਆਂ ਨੇ। ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ, ਦੀ ਸਪੋਰਟ 'ਚ ਖੜਨ ਦੀ ਲੋੜ ਹੈ ਜਿਸ ਤਰੀਕੇ ਦੇ ਨਾਲ ਕਾਰਵਾਈ ਉਹਦੇ 'ਤੇ ਹੋਈ ਹੈ? ਸਾਡੇ 'ਚ ਆਹੀ ਨੁਕਸ ਹੈ। ਜੇ ਆਹ ਨੁਕਸ ਸਾਡੇ ਪੰਜਾਬੀਆਂ 'ਚ ਨਾ ਹੋਵੇ ਤਾਂ ਸਾਡੇ ਵਰਗੀ ਤਾਂ ਕੌਮ ਹੀ ਹੈ ਨਹੀਂ। ਦਲਜੀਤ ਨਾਲ ਮੈਂ ਕੰਮ ਕੀਤਾ, ਐਡਾ ਅੱਛਾ ਇਨਸਾਨ, ਐਡਾ ਵਧੀਆ ਇਨਸਾਨ, ਐਡਾ ਭਾਵੁਕ ਇਨਸਾਨ। ਮੇਰੇ ਯਾਦ ਹੈ, ਮੈਂ ਥੋੜਾ ਜਿਹਾ ਬਿਮਾਰ ਸੀਗਾ ਇੱਕ ਦਿਨ, ਤੇ ਦਲਜੀਤ ਬੇਟਾ ਕਹਿਣ ਲੱਗਾ, ਕਹਿੰਦਾ ਬਾਪੂ ਜੀ ਅੱਜ ਸ਼ੂਟਿੰਗ ਬੰਦ ਕਰ ਦਿਓ, ਅੱਜ ਤੁਹਾਨੂੰ ਬਹੁਤ ਬੁਖਾਰ ਚੜਿਆ, ਤੁਹਾਡੀ ਤਬੀਅਤ ਠੀਕ ਨਹੀਂ। ਮੈਂ ਕਿਹਾ ਨਹੀਂ ਬੇਟਾ, ਪ੍ਰੋਡਿਊਸਰ ਦਾ ਨੁਕਸਾਨ ਹੁੰਦਾ, ਆਪਾਂ ਭਾਵੇਂ ਮਰਜੀ, ਆਪਾਂ ਨੁਕਸਾਨ ਨਹੀਂ ਹੋਣ ਦੇਣਾ। ਤੇ ਮੇਰੇ ਨਾਲ ਉਹਦੀ ਬਹੁਤ ਅੱਛਾ ਬੱਚਾ, ਉਹ ਆਇਆ, ਉਹਨੇ ਕਿਸਾਨਾਂ ਨੂੰ ਆ ਕੇ ਆਪਣੇ ਚੋਂ ਕਾਂਗਰਸ ਕੋਈ ਰੁਪਈਆ ਨਹੀਂ ਦਿੰਦਾ, ਆਪਣੀ ਜੇਬ ਚੋਂ ਕਰੋੜ ਰੁਪਈਆ ਦੇ ਗਿਆ। ਮੁੜ ਕੇ ਉਹਦੇ ਤੇ ਇਨਕਮ ਟੈਕਸ ਦੀ ਰੇਡ ਪੈ ਗਈ। ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਕਿ ਸਾਰੇ ਜਥੇਬੰਦੀਆਂ, ਸਾਰੇ ਪੰਜਾਬੀ ਉਹਦੇ ਨਾਲ ਕਿਉਂ ਨਹੀਂ ਖੜੇ? ਆਪਾਂ ਨੂੰ ਉਹਦੇ ਨਾਲ ਖੜਨਾ ਚਾਹੀਦਾ। ਉਹ ਕਿੱਥੋਂ ਚੱਲ ਕੇ ਆਇਆ, ਆਪਣੇ ਵਿੱਚ ਆਇਆ। ਹਾਲਾਂਕਿ ਬਹੁਤ ਸਾਰੇ ਪੰਜਾਬੀਆਂ ਨੇ ਉਹਦਾ ਸਾਥ ਦਿੱਤਾ ਹੈ, ਕੋਈ ਟਵਿੱਟਰ ਤੇ ਟ੍ਰੈਂਡਿੰਗ ਵੀ ਕਰਵਾਤੀ ਉਹਦੀ ਗੱਲ, ਬਹੁਤ ਪੰਜਾਬੀਆਂ ਨੇ ਸਾਥ ਵੀ ਦਿੱਤਾ ਹੈ, ਪਰ ਇਕਜੁੱਟ ਹੋ ਕੇ ਖੜਨ ਦੀ ਲੋੜ ਸੀ। ਮੈਂ ਉਹੀ ਗੱਲ ਕਰਦਾ ਨਾ ਸੁਖਵਿੰਦਰ, ਕਿ ਇੱਕ ਬੰਦਾ ਚੱਲ ਕੇ ਆਇਆ, ਉਹਨੇ ਤੁਹਾਨੂੰ ਪੈਸੇ ਦਿੱਤੇ ਆ, ਆਪਣੇ ਖੂਨ ਪਸੀਨੇ ਦੀ ਕਮਾਈ ਤੁਹਾਨੂੰ ਦਿੱਤੀ ਹੈ। ਕਰੋੜ ਰੁਪਈਆ ਬਹੁਤ ਵੱਡੀ ਚੀਜ਼ ਹੁੰਦੀ ਹੈ। ਮੈਂ ਦੇਖਿਆ ਲੋਕੀ ਰੁਪਈਆ ਨਹੀਂ ਕੱਢਦੇ, ਉਹਦੇ ਉੱਤੇ ਇਨਕਮ ਟੈਕਸ ਦੀ ਰੇਡ ਪੈ ਗਈ, ਗੌਰਮੈਂਟ ਉਹਦੇ ਖਿਲਾਫ ਹੋ ਗਈ, ਹਿੰਦੀ ਫਿਲਮ ਇੰਡਸਟਰੀ ਦੇ ਲੋਕ ਉਹਦੇ ਖਿਲਾਫ ਹੋ ਗਏ, ਕੰਗਨਾ ਜੀ ਸਾਡੀ ਹੈ ਤਾਂ ਧੀਆਂ ਵਰਗੀ, ਉਹ ਖਿਲਾਫ ਹੋ ਗਈ। ਤੇ ਕਮ ਸੇ ਕਮ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਥੇਬੰਦੀ ਨੂੰ ਉਹਦੇ ਨਾਲ ਖੜਨਾ ਚਾਹੀਦਾ ਸੀ, ਉਹਦਾ ਸਾਥ ਦੇਣਾ ਚਾਹੀਦਾ ਸੀ। ਔਰ ਉਹ ਇਹੋ ਜਿਹੇ ਆਪਣੇ ਸਪੂਤ, ਜਿਹੜੇ ਸਪੁੱਤਰ ਨੇ, ਇਹੋ ਜਿਹੇ ਆਪਣੇ ਪੁੱਤਰ ਨੇ, ਜੇ ਆਪਾਂ ਇਹਨਾਂ ਨੂੰ ਨਹੀਂ ਸੰਭਾਲ ਕੇ ਰੱਖਾਂਗੇ ਤਾਂ ਫਿਰ ਆਪਾਂ ਖਤਾ ਖਾਵਾਂਗੇ। ਆਪਾਂ ਨੂੰ ਹਰ ਉਸ ਬੰਦੇ ਦੇ ਨਾਲ ਖੜਨਾ ਚਾਹੀਦਾ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ, ਕਿਸਾਨਾਂ ਦੀ ਗੱਲ ਕਰਦਾ, ਮਜ਼ਦੂਰਾਂ ਦੀ ਗੱਲ ਕਰਦਾ, ਪੰਜਾਬ ਦੀ ਧਰਤੀ ਦੀ ਗੱਲ ਕਰਦਾ, ਹਿੰਦੁਸਤਾਨ ਦੀ ਗੱਲ ਕਰਦਾ, ਹਰ ਧਰਮ ਦੀ ਗੱਲ ਕਰਦਾ, ਹਰ ਵਰਗ ਦੀ ਗੱਲ ਕਰਦਾ। ਉਸ ਬੰਦੇ ਦੇ ਨਾਲ ਖੜਨਾ ਆਪਣਾ ਜ਼ਾਤੀ ਫਰਜ਼ ਹੈ, ਧਰਮ ਹੈ। ਆਪਾਂ ਨੂੰ ਗੁਰੂਆਂ ਨੇ ਇਹੀ ਸਿਖਾਇਆ
ਕਿ ਜਿਹੜਾ ਭਾਈ ਤੁਹਾਡੇ ਨਾਲ ਆ ਕੇ ਤੁਹਾਡੀ ਗੋਦ 'ਚ ਬਹਿੰਦਾ, ਤੁਹਾਡੇ ਨਾਲ ਖੜਦਾ, ਉਹ ਤੁਹਾਡੇ ਸਕੇ ਭਰਾਵਾਂ ਨੂੰ, ਸਕੇ ਪੁੱਤਰਾਂ ਨਾਲੋਂ ਵੀ ਤੁਹਾਨੂੰ ਜ਼ਿਆਦਾ ਪਿਆਰਾ ਹੋਣਾ ਚਾਹੀਦਾ। ਸੋ ਮੇਰੀ ਬੇਨਤੀ ਹੈ ਆਪਾਂ ਦਲਜੀਤ ਦੇ ਨਾਲ ਖੜੀਏ ਔਰ ਮੋਢੇ ਨਾਲ ਮੋਢਾ ਲਾ ਕੇ ਇਹੋ ਜਿਹੇ ਲੋਕਾਂ ਦੇ ਨਾਲ ਤੁਰੀਏ। ਮੇਰਾ ਉਹਦੇ ਨਾਲ ਪੂਰਾ ਸਾਥ ਹੈ ਔਰ ਮੈਂ ਹਮੇਸ਼ਾ ਉਹਦਾ ਸਾਥ ਦੇਵਾਂਗਾ ਜਦ ਵੀ ਉਹਨੂੰ ਮੇਰੀ ਲੋੜ ਹੈ। ਜੀ ਯੁਗਰਾਜ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਜੀ ਜਿਉਂਦੇ ਵਸਦੇ ਰਹੋ, ਮਹਾਰਾਜ ਤੁਹਾਨੂੰ ਭਾਗ ਲਾਵੇ, ਚੜ੍ਹਦੀਆਂ ਕਲਾਂ 'ਚ ਰੱਖੇ, ਤਰੱਕੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਇਹ ਸਨ ਸਰਦਾਰ ਯੋਗਰਾਜ ਸਿੰਘ, ਜਿਨ੍ਹਾਂ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਕੇ ਆਪਣੇ ਵਿਚਾਰ ਪੇਸ਼ ਕੀਤੇ। ਹਰਜੀਤ ਗਰੇਵਾਲ ਨੂੰ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਤੁਸੀਂ ਪੰਜਾਬ ਤੋਂ ਆ ਅਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ, ਤੁਸੀਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ ਅਤੇ ਪੰਜਾਬ ਦੀ ਗੱਲ ਕਰੋ। ਅਤੇ ਨਾਲ ਹੀ ਨਾਲ ਜਿਹੜਾ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਜਿਹੜਾ ਵਿਵਾਦ ਚੱਲ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਨਾਲ, ਉਹਦੇ ਬਾਰੇ ਵੀ ਖਾਸ ਤੌਰ ਤੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਅਤੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਆਪਾਂ ਨੂੰ ਇਕੱਠੇ ਚੱਲਣ ਦੀ ਲੋੜ ਹੈ। ਹਰ ਇੱਕ ਬੰਦੇ ਨੂੰ ਇੱਕ ਦੂਜੇ ਦੀ ਲੋੜ ਹੈਗੀ ਆ, ਇਸ ਕਰਕੇ ਆਪਾਂ ਇਕੱਠੇ ਹੋ ਕੇ ਚੱਲੀਏ। ਅਤੇ ਨਾਲ ਹੀ ਨਾਲ ਖਾਸ ਤੌਰ 'ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਜਦੋਂ ਦਿੱਲੀ ਆਇਆ, ਦਿੱਲੀ ਆ ਕੇ ਮੈਂ ਤੁਹਾਡੇ ਵਿਚਕਾਰ ਜਿਹੜੀਆਂ ਗਲਤ ਫਹਿਮੀਆਂ ਹੈਗੀਆਂ ਉਹ ਦੂਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਅਤੇ ਨਾਲ ਹੀ ਨਾਲ ਦਲਜੀਤ ਦੇ ਮਾਮਲੇ 'ਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦਲਜੀਤ ਦੇ ਨਾਲ ਖੜਨ ਦੀ ਬਹੁਤ ਜ਼ਰੂਰਤ ਸੀ ਅਤੇ ਅੱਗੇ ਤੋਂ ਵੀ ਜੇਕਰ ਕਿਸੇ 'ਤੇ ਭੀੜ ਪੈਂਦੀ ਹੈ ਤਾਂ ਸਾਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਜ਼ਰੂਰਤ ਹੈ। ਤਾਂ ਇਹ ਯੋਗਰਾਜ ਸਿੰਘ ਦੇ ਵਿਚਾਰ ਤੁਹਾਨੂੰ ਉਮੀਦ ਕਰਦੇ ਹਾਂ ਬਹੁਤ ਪਸੰਦ ਆਏ ਹੋਣਗੇ। ਦੁਬਾਰਾ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਸਰਦਾਰ ਯੋਗਰਾਜ ਸਿੰਘ ਹੁਣਾਂ ਨਾਲ ਮਿਲਾਂਗੇ ਕਿਸੇ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।